ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਹੜੇ ਗੁਰਮੁਖ ਗੁਰਬਾਣੀ ਦੇ ਨਾਲ ਜੁੜਿਓ ਆ, ਨਾਮ ਅਭਿਆਸੀ ਆ, ਸਮਾਂ ਪਾ ਕੇ ਉਹਨਾਂ ਦੇ ਮਨ ਦੀ ਇੱਕ ਐਸੀ ਅਵਸਥਾ ਬਣ ਜਾਂਦੀ ਆ ਜਿਸ ਅਵਸਥਾ ਦੇ ਅਨੁਭਵ ਦੇ ਵਿੱਚ ਉਹ ਖੁਦ ਬੜੇ ਹੈਰਾਨ ਹੋ ਜਾਂਦੇ, ਬੜੇ ਚਾਕਰਤ ਰਹਿ ਜਾਂਦੇ ਆ। ਉਹ ਅਵਸਥਾ ਹੁੰਦੀ ਹੈ ਵਿਸਮਾਦ ਦੀ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਜੇਤੇ ਰਸ ਤੈ ਚਾਖੇ ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਸਾਧ ਚਾਖਤ ਹੋਏ ਰਹੇ ਵਿਸਮਾਦ। ਕਿ ਜਿਨ੍ਹਾਂ ਨੇ ਹਰੀ ਦਾ ਰਸ ਦਾ ਨਾਮ ਰੂਪੀ ਇੱਕ ਕਿਣਕਾ ਵੀ ਚੱਖ ਲਿਆ ਨਾ, ਕਹਿੰਦੇ ਫਿਰ ਉਹਨਾਂ ਦੀ ਜਿਹੜੀ ਹਾਲਤ ਹੈ ਵਿਸਮਾਦ ਦੇ ਵਾਲੀ ਹੋ ਜਾਂਦੀ, ਵਿਸਮਾਦ ਵਿੱਚ ਚਲੀ ਜਾਂਦੀ। ਭਾਵ ਸਦਾ ਦਾ ਖੇੜਾ, ਸਦਾ ਦੀਆਂ ਖੁਸ਼ੀਆਂ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਨਾ ਵਿਕਾਸ ਵਾਲੀ ਹੋ ਜਾਂਦੀ ਆ। ਸੋ ਜਦੋਂ ਇਹ ਅਵਸਥਾ ਵਿਕਾਸ ਵਾਲੀ ਹੋ ਜਾਂਦੀ ਆ, ਉਸ ਟਾਈਮ ਉਹਨਾਂ ਦੇ ਅਨੁਭਵ ਦੇ ਵਿੱਚ ਹਰੇਕ ਚੀਜ਼ ਤਕਰੀਬਨ ਇੱਕ ਸਮਾਨ ਭਾਸਦੀ ਆ ਉਹਨਾਂ ਨੂੰ। ਉਹ ਕਿਵੇਂ ਹੈ? ਉਹ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਤੈਸਾ ਸਵਰਨ ਤੈਸੀ ਉਸ ਮਾਟੀ, ਕਿ ਉਹਨੂੰ ਸੋਨਾ ਵੀ ਉਹੀ ਆ ਨਜ਼ਰ ਆਉਂਦਾ, ਉਹੋ ਜਿਹੀ ਮਿੱਟੀ ਨਜ਼ਰ ਆਉਂਦੀ, ਦੋਨਾਂ 'ਚ ਕੋਈ ਫਰਕ ਨਹੀਂ ਲੱਗਦਾ। ਤੇ ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਅੰਮ੍ਰਿਤ ਵੀ ਉਹੀ ਆ, ਜ਼ਹਿਰ ਵੀ ਉਹੀ ਆ। ਤੈਸਾ ਮਾਣ ਤੈਸਾ ਵਿਮਾਨ, ਤੇ ਉਹਨਾਂ ਦਾ ਜਿਹੜਾ ਮਾਣ ਤੇ ਅਭਿਮਾਨ, ਉਹਨਾਂ ਦੇ ਵਿੱਚ ਉਹਨਾਂ ਨੇ ਕੋਈ ਫਰਕ ਨਹੀਂ ਪਾਸਦਾ। ਤੈਸਾ ਰੰਗ ਤੈਸਾ, ਜਿਹੋ ਜਿਹਾ ਕੋਈ ਰਾਜਾ ਹੈਗਾ ਤੇ ਚਾਹੇ ਕੋਈ ਭਿਖਾਰੀ ਹੈਗਾ, ਤੈਸਾ ਰੰਗ ਤੈਸਾ ਰਜਾਨ, ਦੋਨਾਂ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਹੈਗਾ। ਐਸੀ ਉਹਨਾਂ ਦੀ ਅਵਸਥਾ ਹੋ ਜਾਂਦੀ ਆ। ਸੋ ਇਹੋ ਜਿਹੜੇ ਗੁਰਮੁਖ ਪਿਆਰੇ ਆ ਨਾ, ਉਹਨਾਂ ਦੀ ਅਵਸਥਾ ਜਿਹੜੀ ਹੈ ਨਾ, ਉਹ ਸਵਾਸਾਂ ਤੋਂ ਅੱਗੇ ਫਿਰ ਗਰਾਸਾਂ ਵਾਲੀ ਹੋ ਜਾਂਦੀ ਆ। ਜੋ ਵੀ ਚੀਜ਼ ਉਹ ਖਾਂਦੇ ਆ, ਗਰਾਹੀ ਕਰਦੇ ਆ, ਉਹਦੀ ਉਸ ਪਦਾਰਥ ਦਾ ਸਵਾਦ ਉਹਨਾਂ ਨੂੰ ਅਨੁਭਵ ਨਹੀਂ ਹੁੰਦਾ। ਕੇਵਲ ਤੇ ਕੇਵਲ ਨਾਮ ਰਸ ਦਾ ਹੀ ਸਵਾਦ ਉਹਨਾਂ ਨੂੰ ਭਾਸਦਾ ਹੈ, ਕਿਉਂਕਿ ਉਹਨਾਂ ਦੇ ਕਿਣਕੇ ਦੇ ਅੰਦਰ ਜਿਹੜਾ ਨਾਮ ਰਸ ਨਾ ਪੂਰੀ ਤਰ੍ਹਾਂ ਪ੍ਰਪੱਕ ਹੋ ਜਾਂਦਾ ਹੈਗਾ। ਤੇ ਐਸੀ ਜਿਹੜੀ ਅਵਸਥਾ ਉਹਨਾਂ ਦੀ ਬ੍ਰਹਮ ਗਿਆਨ ਵਾਲੀ ਹੋ ਜਾਂਦੀ ਆ। ਲੇਕਿਨ ਇਹੋ ਜਿਹੀ ਅਵਸਥਾ ਤੇ ਕੋਈ ਗੁਰਮੁਖ ਪਿਆਰੇ ਪਹੁੰਚਦੇ ਹੈਗੇ ਆ। ਪਰ ਇਹ ਜਿਹੜੇ ਗੁਰਮੁਖ ਪਿਆਰੇ ਆ, ਇਹਨਾਂ ਦੇ ਜੀਵਨ ਦੀਆਂ ਕਈ ਐਸੀਆਂ ਅਨਹੋਣੀਆਂ ਘਟਨਾਵਾਂ ਹੈਗੀਆਂ ਜਿਨ੍ਹਾਂ ਨੂੰ ਸੰਸਾਰ ਬੜੀ ਚਾਕਰ ਦੀ ਨਜ਼ਰ ਦੇ ਨਾਲ ਦੇਖਦਾ। ਦੇਖੋ, ਅੱਜ ਭਾਵੇਂ ਨਾ ਸਾਇੰਸ ਦਾ ਜ਼ਮਾਨਾ ਹੈਗਾ, ਸਾਇੰਸ ਨੇ ਆਪਣੇ ਪ੍ਰਯੋਗ ਕਰਕੇ, ਆਪਣੀਆਂ ਖੋਜਾਂ ਕਰਕੇ ਕੁਛ ਐਸੇ ਪਦਾਰਥ ਬਣਾਏ ਆ ਜਿਹੜੇ ਬੜੇ ਤੇਜ਼ ਆ। ਫਰਜ਼ ਕਰੋ ਅਗਰ ਆਪਾਂ ਨਾ ਨਸ਼ੇ ਦੀ ਗੱਲ ਕਰੀਏ, ਤੇ ਇਹ ਨਸ਼ਾ ਜਿਹੜਾ ਸੀਗਾ ਪਹਿਲਾਂ ਸਧਾਰਨ ਹੁੰਦਾ ਸੀਗਾ। ਹੁਣ ਨਸ਼ੇ ਦੇ ਵਿੱਚੋਂ ਫਿਰ ਨਸ਼ਾ ਪੈਦਾ ਕਰਨਾ, ਉਸ ਨਸ਼ੇ ਦੇ ਵਿੱਚੋਂ ਫਿਰ ਅਗਲਾ ਨਸ਼ਾ ਕੱਢਣਾ, ਇਸ ਤਰ੍ਹਾਂ ਕਰਦੇ ਜਿਵੇਂ ਕਈ ਜਿਹੜੇ ਨਸ਼ੇ ਆ, ਸਮੈਕ, ਹੀਰਨ ਔਰ ਇਸ ਤੋਂ ਵੀ ਤੇਜ਼ ਨਸ਼ੇ ਅੱਜ ਕੱਲ੍ਹ ਜਿਹੜੇ ਆ ਉਹ ਪਾਏ ਜਾਂਦੇ ਆ। ਪਰ ਇਸ ਤਰ੍ਹਾਂ ਜਿਹੜੀ ਹੈ ਨਾ ਜ਼ਹਿਰ ਹੈਗੀ ਆ, ਇਹ ਜ਼ਹਿਰ ਦੇ ਵੀ ਅੱਗੇ ਤੋਂ ਅੱਗੇ ਪ੍ਰਯੋਗ ਕਰਕੇ ਇੱਕ ਐਸੀ ਜ਼ਹਿਰ ਤਿਆਰ ਕੀਤੀ ਆ ਜਿਸ ਜ਼ਹਿਰ ਦਾ ਨਾ ਕੋਈ ਸਵਾਦ ਨਹੀਂ ਦੱਸ ਸਕਦਾ ਹੈਗਾ। ਸੋ ਇਹ ਜਿਹੜੀ ਜ਼ਹਿਰ ਦਾ ਕੋਈ ਸਵਾਦ ਨਹੀਂ ਦੱਸ ਸਕਦਾ, ਇਹਦੇ ਉੱਤੇ ਸਾਇੰਸ ਨੇ ਜਾਣੀ ਮਨੁੱਖਾਂ ਦੇ ਉੱਤੇ ਕਈ ਪ੍ਰੈਕਟੀਕਲ ਕੀਤੇ ਆ ਕਿ ਜਿਹੜਾ ਕੋਈ ਆਦਮੀ ਇਸ ਜ਼ਹਿਰ ਦਾ ਸਵਾਦ ਦੱਸ ਸਕੇ ਤੇ ਉਸ ਨੂੰ ਇੱਕ ਬੜਾ ਭਾਰੀ ਨਾਮ ਜਾਂ ਬੜਾ ਕੁਛ ਦਿੱਤਾ ਜਾਵੇਗਾ। ਪਰ ਜਿਨ੍ਹਾਂ ਵੀ ਮਨੁੱਖਾਂ ਨੇ ਜਿਗਰਾ ਕੀਤਾ, ਹੌਸਲਾ ਕੀਤਾ ਕਿ ਭਾਈ ਉਹ ਇਸ ਜ਼ਹਿਰ ਦਾ ਸਵਾਦ ਦੱਸਣਗੇ, ਉਹਨਾਂ ਨੇ ਜਦੋਂ ਉਹ ਚੱਖੀ ਸੀ ਨਾ ਜ਼ਹਿਰ, ਚੱਖਦੇ ਅਨੁਸਾਰ ਹੀ ਉਹ ਜਿਹੜੇ ਸੀ ਉਹ ਮੌਤ ਦੇ ਮੂੰਹ 'ਤੇ ਚੱਲ ਗਏ। ਕਿਉਂਕਿ ਉਹ ਜ਼ਹਿਰ ਜਿਹੜੀ ਇੰਨੀ ਤੇਜ਼ ਆ ਕਿ ਇਹ ਉਹ ਜੀਭ ਦੇ ਨਾਲ ਟੱਚ ਹੁੰਦਿਆਂ ਹੀ ਅੰਦਰ ਜਿਹੜਾ ਨਾ ਤੁਹਾਡਾ ਦਿਲ ਹੈਗਾ ਉਹਨੂੰ ਦੋ ਫਾੜ ਕਰ ਦਿੰਦੀ ਆ। ਐਸੀ ਉਹਦੀ ਗਤੀ ਜਿਹੜੀ ਆ ਉਸ ਜ਼ਹਿਰ ਦੀ ਹੈ, ਜਿਵੇਂ ਬਿਜਲੀ ਦੀ ਗਤੀ ਹੈ ਨਾ, ਸਮਝ ਲਓ ਇਸ ਤਰ੍ਹਾਂ ਉਸ ਜ਼ਹਿਰ ਦੀ ਗਤੀ ਸਰੀਰ ਦੇ ਵਿੱਚ ਆ ਜਾਂਦੀ ਹੈ। ਐਸੀ ਤੇਜ਼ ਜ਼ਹਿਰ ਹੈਗੀ ਆ। ਪਰ ਇਹੋ ਜਿਹੀ ਜਿਹੜੀ ਜ਼ਹਿਰ ਹੈਗੀ ਆ, ਉਹ ਆਮ ਤੌਰ 'ਤੇ ਉਹ ਲੋਕ ਵਰਤਦੇ। ਪਹਿਲੇ ਸਮੇਂ ਦੇ ਵਿੱਚ ਇਹ ਜਿਹੜੀ ਜ਼ਹਿਰ ਬਣਾਈ ਹੁੰਦੀ ਸੀ ਉਹਨਾਂ ਦੇਸ਼ ਭਗਤ ਸਿਪਾਹੀਆਂ ਬਦਲੇ ਜਿਹੜੇ ਦੂਸਰੇ ਮੁਲਕਾਂ ਦੇ ਵਿੱਚ ਆਪਣੇ ਦੇਸ਼ ਦੀ ਖਾਤਰ CID ਕਰਦੇ ਹੁੰਦੇ ਸੀ ਕਿ ਅਗਰ ਉਹ ਅਚਨਚੇਤ ਕਿਸੇ ਐਸੇ ਮੁਕਾਮ 'ਤੇ ਆ ਕੇ ਫਸ ਜਾਣ ਤੇ ਆਪਣੇ ਦੇਸ਼ ਦੀ ਜਿਹੜੀ ਖੁਫੀਆ ਜਾਣਕਾਰੀ ਆ ਉਸ ਨੂੰ ਸਹੀ ਸਲਾਮਤ ਰੱਖਣ ਵਾਸਤੇ, ਆਪਣੀ ਜਾਨ ਦੀ ਕੁਰਬਾਨੀ ਕਰਨ ਵਾਸਤੇ ਉਹ ਇਸ ਜ਼ਹਿਰ ਦਾ ਇਸਤੇਮਾਲ ਕਰਦੇ ਸੀ। ਪਰ ਉਸ ਤੋਂ ਬਾਅਦ ਇਹ ਜਿਹੜੀ ਜ਼ਹਿਰ ਹੈਗੀ ਆ, ਇਹ ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਵੀ ਪਹੁੰਚ ਗਈ ਆ ਜਿਹੜੇ ਲੋਕੀ ਸਮਾਜ ਦਾ ਨੁਕਸਾਨ ਕਰਦੇ ਆ, ਸਮਾਜ ਦੇ ਵਿੱਚ ਜਿਹੜੇ ਉਪੱਦਰ ਫੈਲਾਉਂਦੇ ਆ। ਇਹੋ ਜਿਹੜੇ ਲੋਕੀ ਮਾਫੀਆ ਵਾਲੇ ਹੁੰਦੇ, ਉਹ ਵੀ ਇਹ ਜ਼ਹਿਰ ਜਿਹੜੀ ਆਪਣੇ ਕੋਲ ਰੱਖਣ ਲੱਗ ਪਏ। ਇਸ ਤਰ੍ਹਾਂ ਇਸ ਜ਼ਹਿਰ ਦੀ ਦੁਰਵਰਤੋਂ ਵੀ ਹੋਣ ਲੱਗ ਪਈ। ਪਰ ਕਹਿਣ ਤੋਂ ਭਾਵ ਇਹ ਆ ਕਿ ਇਹ ਜਿਹੜੀ ਜ਼ਹਿਰ ਹੈ ਨਾ, ਇਹਦਾ ਸਵਾਦ ਕੋਈ ਨਹੀਂ ਦੱਸ ਸਕਿਆ। ਅੱਜ ਤੱਕ ਜਿੰਨੇ ਵੀ ਬੰਦਿਆਂ ਨੇ ਇਸ ਜ਼ਹਿਰ ਦਾ ਸਵਾਦ ਜਿਹੜਾ ਸੀ ਉਹ ਦੱਸਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਚੱਖਦਿਆਂ ਸਾਰੀ ਉਹਨਾਂ ਨੇ ਡੈਰੀ 'ਤੇ ਜਿਹੜਾ ਪਿੰਨ ਸੀਗਾ ਆਪਣੇ ਹੱਥ 'ਚ ਰੱਖਿਆ,
ਪਰ ਜਿਉਂ ਹੀ ਜਿਹੜੀ ਉਹਨਾਂ ਨੇ ਜ਼ਹਿਰ ਟੱਚ ਕੀਤੀ, ਇੱਕ ਅੱਖਰ ਹੀ ਉਹਨਾਂ ਕੋਲ ਲਿਖਿਆ ਗਿਆ। ਕਿਸੇ ਨੇ ਜਿਹੜਾ ਸੀਗਾ ਉਹ ਐਸ ਕਰਕੇ ਲਿਖਿਆ, ਪਰ ਉਹ ਅੱਗੇ ਐਸ ਨੂੰ ਖੋਲ੍ਹ ਨਹੀਂ ਸਕਿਆ। ਇਸੇ ਤਰ੍ਹਾਂ ਕਿਸੇ ਨੇ ਯੂ ਕੀਤਾ, ਕਿਸੇ ਨੇ ਐਨ ਕੀਤਾ। ਇਸ ਤਰ੍ਹਾਂ ਵੱਖੋ ਵੱਖਰੇ ਅੱਖਰ ਜਿਹੜੇ ਲਿਖੇ ਗਏ। ਇਸ ਕਰਕੇ ਇਸ ਜ਼ਹਿਰ ਨੂੰ ਆਮ ਤੌਰ 'ਤੇ ਜਿਹੜੇ ਅੱਖਰ ਜੋੜ ਕੇ ਨਾਮ ਦਿੱਤਾ ਗਿਆ ਉਹ ਦਿੱਤਾ ਗਿਆ ਹੈ ਸਾਇਨਾਈਡ। ਸੋ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਇਸ ਤਰ੍ਹਾਂ ਦਾ ਨਾਮ ਜਿਹੜਾ ਸੀ ਅੱਖਰਾਂ ਨੇ ਜੋੜ ਕੇ ਦਿੱਤਾ ਗਿਆ ਸੀਗਾ। ਸੋ ਇੱਕ ਵਾਰ ਮਹਾਂਪੁਰਖ ਰਾੜੇ ਵਾਲੇ ਬਾਬਾ ਕਿਸ਼ਨ ਸਿੰਘ ਜੀ ਜਿਹੜੇ ਸੀ ਆਪਣੇ ਕੁਛ ਜਿਹੜੇ ਗੁਰਮੁਖ ਪਿਆਰੇ ਪ੍ਰੇਮੀਆਂ ਦੇ ਨਾਲ ਬੈਠੇ ਸੀਗੇ। ਉਹਨਾਂ ਦੇ ਵਿੱਚੋਂ ਜਿਹੜੇ ਸੰਤ ਮਹਾਂਪੁਰਖ ਸੀ ਉਹ ਵੀ ਬੈਠੇ ਸੀਗੇ। ਇਸ ਤਰ੍ਹਾਂ ਕਰਦੇ ਕਰਦੇ ਨਾ ਇਸ ਜ਼ਹਿਰ ਦਾ ਜ਼ਿਕਰ ਚੱਲਿਆ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ। ਜ਼ਿਕਰ ਚੱਲਿਆ ਸੀ ਅਤੇ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਸੀਗਾ ਕਿ ਦੇਖੋ ਜਦੋਂ ਮੀਰਾਂ ਬਾਈ ਹੋਈ ਆ ਉਹਨੂੰ ਵੀ ਜ਼ਹਿਰ ਦਿੱਤੀ ਗਈ ਸੀ, ਪਰ ਉਹ ਜ਼ਹਿਰ ਭਾਵੇਂ ਤੇਜ਼ ਸੀਗੀ ਪਰ ਉਹਨੇ ਪੀਤੀ, ਉਹਦੇ ਉੱਤੇ ਜ਼ਹਿਰ ਦਾ ਮੀਰਾਂ ਬਾਈ ਦੇ ਉੱਤੇ ਕੋਈ ਅਸਰ ਨਹੀਂ ਹੋਇਆ। ਇਸ ਤਰ੍ਹਾਂ ਕਈ ਜਿਹੜੇ ਸੀ ਸਾਧੂ ਬਿਰਤੀਆਂ ਵਾਲੇ ਜਿਹੜੇ ਮਹਾਂਪੁਰਖ ਸੀਗੇ ਉਹਨਾਂ ਨੇ ਵੀ ਇਹ ਜਿਹੜੀ ਜ਼ਹਿਰ ਹੈਗੀ ਆ ਜਦ ਸਮਾਂ ਪਾ ਕੇ ਕਿਸੇ ਕਾਰਨ ਕਰਕੇ ਛਕ ਪੀਤੀ ਸੀਗੀ ਅਤੇ ਉਹਨਾਂ ਦਾ ਵੀ ਉੱਤੇ ਅਸਰ ਨਹੀਂ ਹੋਇਆ। ਹੁਣ ਅਗਰ ਆਪਾਂ ਇੱਥੇ ਮਹਾਂਪੁਰਖਾਂ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਲੱਗਦਾ ਕਿ ਸੰਤ ਬਾਬਾ ਆਇਆ ਸਿੰਘ ਜੀ ਨੂੰ ਜਿਹੜੀ ਸੀਗੀ ਬੜੀ ਤੇਜ਼ ਜ਼ਹਿਰ ਦਿੱਤੀ ਗਈ ਸੀ ਉਹਨਾਂ ਸਮਿਆਂ ਦੇ ਵਿੱਚ, ਨੀਲੇ ਥੋਥੇ ਪਾ ਕੇ। ਜਦੋਂ ਨੀਲਾ ਥੋਥਾ ਪਾ ਕੇ ਜ਼ਹਿਰ ਦਿੱਤੀ ਗਈ ਸੀ, ਪਹਿਲੀ ਵਾਰ ਜਿਹੜਾ ਦਿੱਤਾ ਗਿਆ ਸੀ ਸੰਤ ਦਾ ਕੋਈ ਅਸਰ ਨਹੀਂ ਸੀ ਹੋਇਆ ਉਸ ਜ਼ਹਿਰ ਦਾ ਬਾਬਾ ਆਇਆ ਸਿੰਘ ਜੀ 'ਤੇ। ਫਿਰ ਦੂਸਰੀ ਵਾਰ ਦਿੱਤੀ ਗਈ, ਫਿਰ ਤੀਸਰੀ ਵਾਰ ਜਦ ਜਿਹੜੀ ਸੀ ਉਹ ਜ਼ਹਿਰ ਦਿੱਤੀ ਗਈ ਸੀ ਬਾਬਾ ਆਇਆ ਸਿੰਘ ਨੂੰ, ਫਿਰ ਮਹਾਂਪੁਰਖ ਪਹਿਲਾਂ ਤਾਂ 2 ਵਾਰੀ ਬੋਲਦੇ ਨਹੀਂ, ਉਹਨੇ ਚੁੱਪ ਕਰਕੇ ਇਹ ਜਿਹੜਾ ਜ਼ਹਿਰ ਵਾਲਾ ਦੁੱਧ ਸੀਗਾ ਪੀ ਲਿਆ। ਪਰ ਤੀਸਰੀ ਵਾਰੀ ਜਿਸ ਸ਼ਖਸ ਨੇ ਬਾਬਾ ਜੀ ਨੂੰ ਦਿੱਤੀ ਸੀ, ਫਿਰ ਮਹਾਂਪੁਰਖਾਂ ਨੇ ਉਹਨੂੰ ਜਿਹੜੀ ਸੀ ਤੀਸਰੀ ਚੇਤਾਵਨੀ ਦਿੱਤੀ ਸੀ। ਉਹਨਾਂ ਨੂੰ ਆਖਿਆ ਸੀਗਾ, ਕਹਿੰਦੇ ਦੇਖ ਭਾਈ ਸਾਡਾ ਚੋਲਾ ਛੱਡਣ ਦਾ ਟਾਈਮ ਤਾਂ ਆ ਗਿਆ ਹੈਗਾ, ਪਰ ਇੱਕ ਗੱਲ ਤੂੰ ਯਾਦ ਰੱਖੀ ਕਿ ਇੱਕ ਵਿਅਕਤੀ ਰੋਜ਼ ਸ਼ਿਵ ਭਗਵਾਨ ਦੇ ਮੰਦਿਰ ਦੇ ਉੱਤੇ ਰੋੜੇ ਮਾਰਦਾ ਹੁੰਦਾ ਸੀਗਾ। ਅਖੀਰ ਇਹ ਜਿਹੜੇ ਰੋੜੇ ਸੀਗੇ ਉਸ ਨੂੰ ਹੀ ਵਰਨੇ ਸ਼ੁਰੂ ਹੋ ਗਏ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਹੋ ਜਿਹੇ ਜੋ ਕਰਮ ਕਰਕੇ ਉਹੋ ਜਿਹੇ ਨੂੰ ਵੱਢਣਾ ਪੈਂਦਾ ਹੈਗਾ। ਅਤੇ ਇਸ ਕਰਕੇ ਮਹਾਂਪੁਰਖਾਂ ਨੇ ਉਸ ਤੋਂ ਬਾਅਦ ਸਰੀਰ ਛੱਡਿਆ ਸੀਗਾ। ਪਰ ਉਹ ਜਿਹੜਾ ਸ਼ਖਸ ਸੀਗਾ ਜਦੋਂ ਫੜਿਆ ਗਿਆ ਸੀਗਾ ਅਤੇ ਫਿਰ ਸੰਗਤ ਨੇ ਉਹਦੀ ਬੜੀ ਬੁਰੀ ਦੁਰਦਸ਼ਾ ਕੀਤੀ ਸੀ। ਇਸ ਤਰ੍ਹਾਂ ਇੱਕ ਨਹੀਂ ਅਨੇਕਾਂ ਪ੍ਰਮਾਣ ਸਾਨੂੰ ਜਿਹੜੇ ਆ ਉਹ ਮਹਾਂਪੁਰਖਾਂ ਦੇ ਪ੍ਰਤੀ ਮਿਲ ਜਾਂਦੇ ਆ ਕਿ ਕਈ ਸੱਜਣਾਂ ਨੇ ਮਹਾਂਪੁਰਖਾਂ ਦੇ ਜਿਹੜੇ ਕਈ ਗਜਾ ਕਰਨ ਵਾਲੇ ਮਹਾਂਪੁਰਖ ਸੀ ਉਹਨਾਂ ਦੇ ਪ੍ਰਸ਼ਾਦਿਆਂ ਵਿੱਚ ਜ਼ਹਿਰ ਪਾਈ ਸੀ, ਪਰ ਉਹ ਜ਼ਹਿਰ ਮਹਾਂਪੁਰਖਾਂ ਨੂੰ ਅਸਰ ਤਾਂ ਕਰ ਨਹੀਂ ਸਕੀ, ਪਰ ਉਹ ਉਲਟਾ ਉਹਨਾਂ ਦੇ ਹੀ ਘਰ ਦੇ ਜਿਹੜੇ ਕੋਈ ਨਜ਼ਦੀਕੀ ਖਾਸ ਕਰਕੇ ਜਿਨ੍ਹਾਂ ਨੇ ਜ਼ਹਿਰ ਪਾਈ ਸੀ ਉਹਨਾਂ ਦਾ ਆਪਣਾ ਹੀ ਖੂਨ ਹੀ ਜਦੋਂ ਮਹਾਂਪੁਰਖਾਂ ਤੋਂ ਉਹੀ ਪ੍ਰਸ਼ਾਦਾ ਕਿਸੇ ਵਿਧੀ ਕਾਰਨ ਛਕਣ ਲੱਗਾ ਸੀਗਾ ਅਤੇ ਉਹ ਜਿਹੜਾ ਸੀਗਾ ਬੰਦਾ ਇਸ ਸੰਸਾਰ ਤੋਂ ਚੱਲਦਾ ਹੋਇਆ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈਗੀ ਆ ਕਿ ਜਿਹੜੀ ਜ਼ਹਿਰ ਵਾ ਨਾ ਇਹ ਐਸੀ ਚੀਜ਼ ਹੈਗੀ ਆ ਕਿ ਜਿਸ ਨੂੰ ਛੂੰਹਦਿਆਂ ਜਾਂ ਖਾਂਦਿਆਂ ਹੀ ਆਦਮੀ ਜਿਹੜਾ ਨਾ ਖਤਮ ਹੋ ਸਕਦਾ ਹੈਗਾ। ਜਿਵੇਂ ਅੰਮ੍ਰਿਤ ਪੀਣ ਦੇ ਨਾਲ ਆਦਮੀ ਨੂੰ ਜੀਵਨ ਮਿਲਦਾ, ਜ਼ਹਿਰ ਪੀਣ ਦੇ ਨਾਲ ਆਦਮੀ ਨੂੰ ਮੌਤ ਮਿਲਦੀ ਆ। ਪਰ ਉਹਨਾਂ ਟਾਈਮਾਂ ਦੇ ਵਿੱਚ ਮਹਾਂਪੁਰਖਾਂ ਦੇ ਪਾਸ ਜਦ ਇਸ ਤਰ੍ਹਾਂ ਦੇ ਵਿਚਾਰ ਚੱਲਦੇ ਸੀਗੇ ਅਤੇ ਫਿਰ ਬਾਬਾ ਜੀ ਨੂੰ ਕੁਛ ਪ੍ਰੇਮੀ ਨੇ ਆਖਿਆ ਸੀ, ਕਹਿੰਦੇ ਬਾਬਾ ਜੀ ਵੀ ਆਹ ਜਿਹੜੀ ਜ਼ਹਿਰ ਹੈਗੀ ਆ ਜਿਹੜੀ ਅੱਜ ਕੱਲ੍ਹ ਸਾਇੰਸ ਨੇ ਤਿਆਰ ਕੀਤੀ ਆ ਇਹ ਸਾਰੀ ਜ਼ਹਿਰ ਦਾ ਇੱਕ ਤੱਤ ਹੈਗਾ, ਪਰ ਇਹਦਾ ਸਵਾਦ ਕੋਈ ਦੱਸ ਨਹੀਂ ਸਕਿਆ। ਜਦ ਇੰਨੀ ਗੱਲ ਹੁਣ ਮਹਾਂਪੁਰਖ ਆਪਣੀ ਮੌਤ 'ਚ ਬੈਠੇ, ਸੰਸਾਰੀ ਲੋਕ ਨਹੀਂ ਜਾਣਦੇ ਕਿ ਮਹਾਂਪੁਰਖ ਕਿਸ ਅਵਸਥਾ ਦੇ ਮਾਲਕ ਹੈਗੇ। ਉਹ ਤਾਂ ਹੁਣ ਚੌਥੇ ਪਦ ਵਿੱਚ ਪਹੁੰਚ ਗਏ ਆ ਜਿੱਥੇ ਕਿਸੇ ਚੀਜ਼ ਦਾ ਕੋਈ ਭੋਰਾ ਅਸਰ ਨਹੀਂ ਹੈਗਾ। ਮਹਾਂਪੁਰਖ ਕਹਿੰਦੇ ਭਾਈ ਲਿਆਓ ਤਾਂ ਸਹੀ, ਚੱਲ ਦੇਖਦੇ ਹਾਂ। ਜਦ ਇੰਨੀ ਗੱਲ ਹੋਈ ਉਹ ਫਿਰ ਜਿਹੜੀ ਜ਼ਹਿਰ ਸੀਗੀ ਜਦ ਮਹਾਂਪੁਰਖਾਂ ਨੇ ਦਿੱਤੀ ਗਈ, ਬਾਬਾ ਜੀ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ, ਦੇਖ ਲੈਂਦੇ ਆ ਵੀ ਇਹਦਾ ਕੀ ਸਵਾਦ ਹੈਗਾ। ਹੁਣ ਸਾਰਿਆਂ ਜਦ ਬਾਬਾ ਜੀ ਨੇ ਇੰਨੀ ਗੱਲ ਆਖੀ ਤਾਂ ਸੰਗਤ ਜਿਹੜੀ ਅੰਦਰੋਂ ਘਬਰਾ ਗਈ। ਪਰ ਮਹਾਂਪੁਰਖਾਂ ਨੇ ਦੱਸਦੇ ਆ ਉਸ ਟਾਈਮ ਉਸ ਜਿਹੜੀ ਜ਼ਹਿਰ ਸੀ ਉਹਦਾ ਲੀਕਡ ਜਿਹੜਾ ਸੀਗਾ ਉਹ 1 ਢੱਕਣ ਪੀਤਾ ਸੀਗਾ। ਜਦ ਮਹਾਂਪੁਰਖਾਂ ਨੇ 1 ਢੱਕਣ ਲੀਕਡ ਪੀਤਾ ਸੀਗਾ, ਪੀਣ ਤੋਂ ਬਾਅਦ ਬਾਬਾ ਜੀ ਨੇ ਜਿਹੜੇ ਸੀਗੇ ਉਹ ਆਪਣੇ ਦਾੜੀ ਦੇ ਉੱਤੇ ਹੱਥ ਫਿਰ ਕੇ ਕਹਿਣ ਲੱਗੇ, ਕਹਿੰਦੇ ਕੋਈ ਖਾਸ ਸਵਾਦ ਨਹੀਂ ਹੈਗਾ, ਬਸ ਫਿੱਕੀ ਜਿਹੀ ਆ ਇਹ। ਜਦ ਨਾ ਫਿੱਕਾ ਜਿਹਾ ਆਖਿਆ ਸਾਰੀ ਸੰਗਤ ਬੜੀ ਹੈਰਾਨ ਹੋਈ, ਕਿਉਂਕਿ ਕਈਆਂ ਨੇ ਤਾਂ ਇੱਕ ਅੱਖਰ ਕਰਕੇ ਲਿਖਿਆ ਸੀਗਾ ਵੀ ਇਸ ਦਾ ਸਵਾਦ ਜਿਹੜਾ ਹੈਗਾ ਉਹ ਐਸ ਅੱਖਰ ਤੋਂ ਸ਼ੁਰੂ ਹੁੰਦਾ, ਕਿ ਇਹਨੇ ਕਿ ਐਸ ਅੱਖਰ, ਪਰ ਕਿਸੇ ਦੇ ਵੀ ਅੱਖਰ ਨਹੀਂ ਮਿਲੇ। ਪਰ ਮਹਾਂਪੁਰਖਾਂ ਨੇ ਅਖੀਰ ਫੈਸਲਾ ਹੀ ਕਰ ਦਿੱਤਾ ਕਿ ਇਸ ਜ਼ਹਿਰ ਦਾ ਸਵਾਦ ਜਿਹੜਾ ਨਾ ਫਿੱਕਾ ਹੈਗਾ। ਸੋ ਕਹਿਣ ਤੋਂ ਬਾਅਦ ਹੁਣ ਫਿੱਕਾ ਕੀ ਹੈ ਤਾਂ ਉਹੀ ਪੀ ਸਕਦਾ ਹੈਗਾ ਜਿਹੜਾ ਅਨੁਭਵ ਕਰ ਸਕਦਾ ਹੈਗਾ, ਕਿਉਂਕਿ ਇਹ ਜਿਹੜੀ ਜ਼ਹਿਰ ਹੈਗੀ ਚਾਹੇ ਜਿੰਨੀ ਮਰਜ਼ੀ ਤੇਜ਼ ਹੈ, ਪਰ ਜੇ ਇਸ ਸਰੀਰ ਦੇ ਵਿੱਚ ਅੰਮ੍ਰਿਤ ਦਾ ਨਿਵਾਸ ਹੈਗਾ ਉੱਥੇ ਜ਼ਹਿਰ ਆਪਣਾ ਪ੍ਰਭਾਵ ਕਿਵੇਂ ਪਾ ਸਕਦੀ ਆ। ਇਸ ਕਰਕੇ ਇਹ ਜ਼ਹਿਰ ਜਿਹੜੀ ਹੈ ਨਾ ਉਹਨਾਂ ਦੇ ਅੰਦਰ ਫਿੱਕੀ ਹੋ ਜਾਂਦੀ ਹੈ, ਜਿਹੜਾ ਦੇ ਅੰਦਰ ਅੰਮ੍ਰਿਤ ਰਸ ਭਰਪੂਰ ਹੁੰਦਾ ਹੈਗਾ, ਜਿੱਦਾਂ ਮਹਾਂਪੁਰਖ ਬਾਬਾ ਕਿਸ਼ਨ ਸਿੰਘ ਜੀ ਦੇ ਅੰਦਰ ਸੀਗਾ। ਕਿਉਂਕਿ ਉਹਨਾਂ ਨੇ ਆਪਣੇ ਟਾਈਮਾਂ ਦੇ ਵਿੱਚ ਵੱਡੇ ਮਹਾਂਪੁਰਖ ਔਰ ਖਾਸ ਕਰਕੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੀ ਬੜੀ ਸੰਗਤ ਤੇ ਸੇਵਾ ਕੀਤੀ ਸੀ।
ਜਿਸ ਕਰਕੇ ਉਹਨਾਂ ਦੀ ਅਵਸਥਾ ਜਿਹੜੀ ਹੈ ਨਾ ਐਸੀ ਹੋ ਗਈ ਸੀ। ਸੋ ਇਹੋ ਜਿਹੀ ਜਿਹੜੀ ਅਵਸਥਾ ਵਾਲੇ ਮਹਾਂਪੁਰਖ ਹੈਗੇ ਆ, ਫਿਰ ਸੰਸਾਰੀ ਇਹਨਾਂ ਜਿਹੜੇ ਪਦਾਰਥ ਹੈਗੇ ਆ ਜੋ ਦੁਨੀਆ ਦੇ ਅੰਦਰ ਅਤ ਖਤਰਨਾਕ ਹੁੰਦੇ ਆ, ਉਹਨਾਂ ਦੇ ਵਾਸਤੇ ਇਹ ਚੀਜ਼ਾਂ ਜਿਹੜੀਆਂ ਹਨ ਬਿਲਕੁਲ ਮਾਮੂਲੀ ਹੁੰਦੀਆਂ ਹੈਗੀਆਂ, ਕਿ ਉਹਨਾਂ ਦੀ ਅਵਸਥਾ ਜਿਹੜੀ ਹੈ ਨਾ ਉਹ ਐਸੀ ਹੋ ਜਾਂਦੀ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਨ੍ਹਾਂ ਦੇ ਅੰਦਰ ਨਾਮ ਧਨ ਪੂਰੀ ਤਰ੍ਹਾਂ ਭਰਪੂਰ ਹੋਵੇ ਤੇ ਉਹਨਾਂ ਦੇ ਅੰਦਰ ਅੰਮ੍ਰਿਤ ਦੇ ਜਿਹੜੇ ਚਸ਼ਮੇ ਆ, ਸੋਮੇ ਆ, ਉਹ ਨਿਕਲ ਕੇ ਬਾਹਰ ਜਾ ਰਹੇ ਹੋਣ, ਤੇ ਉਹਨਾਂ ਦੇ ਅੰਦਰ ਇਹਨਾਂ ਤੁਛ ਚੀਜ਼ਾਂ ਦਾ ਕੀ ਅਸਰ ਹੋਣਾ ਹੈਗਾ। ਸੋ ਇਸ ਕਰਕੇ ਮਹਾਂਪੁਰਖਾਂ ਨੇ ਆਖਿਆ ਕਿ ਭਾਈ ਇਹੋ ਜਿਹੀ ਅਵਸਥਾ ਜਿਹੜੀ ਨਾ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਬਣ ਜਾਂਦੀ ਆ ਕਿ ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਕਿ ਚਾਹੇ ਉਹ ਜ਼ਹਿਰ ਕਿੰਨੀ ਜ਼ਿਆਦਾ ਹੈਗੀ ਆ, ਚਾਹੇ ਉਹ ਅੰਮ੍ਰਿਤ ਹੈਗਾ, ਉਹਨਾਂ ਦੇ ਵਾਸਤੇ ਇਹ ਚੀਜ਼ਾਂ ਜਿਹੜੀਆਂ ਹਨ ਬਿਲਕੁਲ ਜ਼ੀਰੋ ਆ, ਕਿਉਂਕਿ ਕੇਵਲ ਤੇ ਕੇਵਲ ਨਾਮ ਰਸ ਹੀ ਉਹਨਾਂ ਦੇ ਵਿੱਚ ਭਰਪੂਰ ਹੁੰਦਾ ਹੈਗਾ। ਔਰ ਇਸ ਕਰਕੇ ਇਹ ਜਿਹੜਾ ਨਾਮ ਰਸ ਦਾ ਸਵਾਦ ਵਾ ਨਾ, ਕਹਿੰਦੇ ਇਹਦਾ ਇੱਕ ਤਿਬਕਾ ਮਾਤਰ ਜਿਸ ਪ੍ਰਾਣੀ ਦੇ ਅੰਦਰ ਇਹ ਨਾਮ ਰਸ ਦਾ ਤਿਬਕਾ ਵੀ ਆ ਜਾਂਦਾ ਹੈਗਾ, ਉਹ ਜਿਹੜਾ ਪ੍ਰਾਣੀ ਹੈਗਾ ਉਹ ਫਿਰ ਚੌਥੇ ਪਦ 'ਤੇ ਪਹੁੰਚ ਜਾਂਦਾ। ਪਰ ਇਹ ਜਿਹੜਾ ਅੰਮ੍ਰਿਤ ਰਸ ਆ, ਇਹਦਾ ਸਵਾਦ ਤਾਂ ਕੇਵਲ ਗੂੰਗੇ ਦੀ ਮਠਿਆਈ ਹੈ। ਹੁਣ ਜ਼ਹਿਰ ਦਾ ਰਸ ਤਾਂ ਮਹਾਂਪੁਰਖਾਂ ਨੇ ਦੱਸ ਦਿੱਤਾ ਭਾਈ ਫਿੱਕਾ ਹੈਗਾ, ਪਰ ਅੰਮ੍ਰਿਤ ਦਾ ਸਵਾਦ ਕੌਣ ਦੱਸ ਸਕਦਾ ਹੈਗਾ। ਪਰ ਇਹ ਜਿਹੜਾ ਰਸ ਹੈ ਗੂੰਗੇ ਦੀ ਮਠਿਆਈ ਹੈ, ਸਿਰਫ ਇਹ ਅਨੁਭਵ ਦੇ ਵਿੱਚ ਆਉਂਦਾ ਹੈ। ਤੇ ਜਿਨ੍ਹਾਂ ਦੇ ਅਨੁਭਵ ਦੇ ਵਿੱਚ ਆ ਜਾਂਦਾ ਹੈਗਾ, ਉਹਨਾਂ ਦਾ ਜਿਹੜਾ ਹੈ ਨਾ ਮੁੰਦਾ ਕਮਲ ਹੁੰਦਾ ਹੈਗਾ, ਮੁਰਝਾਇਆ ਅੰਦਰ ਹਿਰਦਾ ਹੁੰਦਾ, ਪੂਰੀ ਤਰ੍ਹਾਂ ਖਿੜ ਜਾਂਦਾ ਹੈ। ਔਰ ਖਿੜਦਾ ਵੀ ਸਦਾ ਬਹਾਰ ਹੈ, 24 ਆਵਰ ਖਿੜਦਾ ਹੈਗਾ। ਤੇ ਜਿਨ੍ਹਾਂ ਦਾ ਹਿਰਦਾ ਵੀ 24 ਘੰਟੇ ਖਿੜਿਆ ਹੋਵੇ ਤੇ ਉਹਨਾਂ ਦੀ ਜ਼ਿੰਦਗੀ ਤਾਂ ਹਮੇਸ਼ਾ ਖਿੜੀ ਰਹਿੰਦੀ ਹੈਗੀ, ਚੜ੍ਹਦੀ ਕਲਾ 'ਚ ਰਹਿੰਦੀ ਹੈ। ਉਹ ਚਾਹੇ ਫਿਰ ਆਰਿਆਂ ਦੇ ਉੱਪਰ ਬੈਠ ਜਾਣ, ਚਾਹੇ ਉਬਲਦੀਆਂ ਦੇਗਾਂ 'ਚ ਬੈਠ ਜਾਣ, ਚਾਹੇ ਇਹੋ ਜਿਹੜੇ ਸੱਜਣ ਹੈਗੇ ਆ ਉਹ ਅੱਗਾਂ ਦੇ ਵਿੱਚ ਵੀ ਬੈਠ ਜਾਣ, ਤਾਂ ਵੀ ਉਹਨਾਂ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਕੇਵਲ ਤੇ ਕੇਵਲ ਇੱਕ ਖਿੜਿਆ ਹੋਇਆ ਭਰਪੂਰ ਕਮਲ ਦੀ ਨਈ ਸੁਗੰਧੀ ਦੇ ਵਿੱਚ ਭਰਪੂਰ ਰਹਿੰਦੀ ਆ, ਕਿਉਂਕਿ ਉਹਨਾਂ ਦੀ ਅਵਸਥਾ ਹੀ ਐਸੀ ਬਣ ਜਾਂਦੀ ਹੈ ਜਿਸ ਨੂੰ ਅਸੀਂ ਸੱਤਵੀਂ ਭੂਮਿਕਾ ਦੇ ਮਾਲਕ ਕਹਿੰਦੇ ਹਾਂ, ਕਿ ਸੱਤਵੀਂ ਭੂਮਿਕਾ ਤੋਂ ਵੀ ਇਹੋ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਆ ਉਹ ਟੱਪ ਜਾਂਦੇ ਆ। ਸੋ ਸਵਾਲ ਦਾ ਜਵਾਬ ਸੀਗਾ, ਉਹ ਮਹਾਂਪੁਰਖਾਂ ਨੇ ਪੂਰੇ ਸੰਸਾਰ ਨੂੰ ਬੜੀ ਆਸਾਨੀ ਦੇ ਨਾਲ ਸਹਿਜ ਦੇ ਵਿੱਚ ਦੇ ਦਿੱਤਾ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਕੱਲ੍ਹ ਜਿਹੜੇ ਸਵਾਲ ਸਾਇੰਸ ਲੱਭਣ ਦੇ ਵਿੱਚ ਅਸਮਰੱਥ ਹੈ, ਜਿਹਦੇ ਕਰਕੇ ਕਈ ਜਾਨਾਂ ਜਿਹੜੀਆਂ ਉਹ ਗਈਆਂ ਹੈ, ਪਰ ਮਹਾਂਪੁਰਖਾਂ ਦੇ ਵਾਸਤੇ ਇਹੋ ਜਿਹੇ ਸਵਾਲ ਕੋਈ ਮਾਇਨਾ ਨਹੀਂ ਰੱਖਦੇ। ਇਸੇ ਕਰਕੇ ਗੁਰਬਾਣੀ ਨੇ ਆਖਿਆ ਹੈ ਕਿ ਸਾਧ ਕੀ ਮਹਿਮਾ ਵੇਦ ਨ ਜਾਣੇ, ਜਿਤਾ ਸੁਣੇ ਤਿਤਾ ਬਖਿਆਨੇ। ਸੋ ਦੱਸ ਇੰਨੇ ਹੀ ਵਚਨ ਮਹਾਂਪੁਰਖਾਂ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕੋ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।